ਕਿ ਸਰਕਾਰ ਹਲੇ ਤੱਕ ਜਿਹੜੀ ਕਿਸਾਨਾਂ ਦੀ ਗੱਲ ਇਹ ਮੰਨਣ ਦੇ ਵਿੱਚ ਨਹੀਂ ਆ ਰਹੀ। ਕੀ ਹਜੇ ਤੱਕ ਸਰਕਾਰ ਨੂੰ ਇਹ ਨਹੀਂ ਪਤਾ ਲੱਗਿਆ ਵੀ ਕਿਹੜੇ ਕਾਨੂੰਨਾਂ ਦੇ ਉੱਤੇ ਨਾਰਾਜ਼ਗੀ ਹੈ, ਕਿਹੜੇ ਕਾਨੂੰਨਾਂ ਦੇ ਉੱਤੇ ਨਾਰਾਜ਼ਗੀ ਨਹੀਂ ਹੈ। 45 ਦਿਨ ਤੋਂ ਬਾਅਦ ਵੀ ਅਗਰ ਕੇਂਦਰ ਦਾ ਮੰਤਰੀ ਇਹ ਕਹਿੰਦਾ ਹੈ ਕਿ ਹਜੇ ਵੀ ਇੱਕ ਕਾਨੂੰਨ ਦੇ ਉੱਤੇ ਗੱਲ ਹੋਣੀ ਚਾਹੀਦੀ, ਮੈਂ ਸੋਚਦਾ ਬੜਾ ਮਦਭਾਗਾ ਹੈ। ਵੀ ਪਿੰਡਾਂ ਦੇ ਵਿੱਚ ਤੁਸੀਂ ਚੱਲ ਜਾਓ, ਜਿਹੜਾ ਮੁਕੱਦਮਾ ਅਦਾਲਤਾਂ 'ਚ 50 ਸਾਲ ਸੈਟਲਮੈਂਟ ਦੇ ਉੱਤੇ ਨਹੀਂ ਆਂਦਾ, ਸਾਰੇ ਪਿੰਡ ਦੇ ਵੱਡੇ ਬਹਿੰਦੇ ਪੰਚਾਇਤ ਹੈ ਤੇ ਅਸੀਂ ਉਸ ਮਸਲੇ ਨੂੰ ਹੱਲ ਕਰਕੇ ਉੱਥੋਂ ਉੱਠਦੇ ਹਾਂ। ਮੈਂ ਹੈਰਾਨੀ ਦੀ ਗੱਲ ਹੈ ਕਿ ਇਹ ਪਹਿਲੀ ਪੰਚਾਇਤ ਹੈ ਜਿਹੜੀ ਡੇਟ ਦੇ ਉੱਤੇ ਡੇਟ ਪਾ ਰਹੀ, ਇਹਨਾਂ ਨੇ ਤਾਂ ਅਦਾਲਤਾਂ ਨੂੰ ਵੀ ਪਿੱਛੇ ਛੱਡਤਾ ਹੈ। ਪਿੱਛੇ ਜੇ ਅੰਡਾਨੀਆਂ ਵੱਲੋਂ ਵੀ ਇੱਕ ਇਸ਼ਤਿਹਾਰ ਆਇਆ ਅਖਬਾਰਾਂ 'ਚ ਜੀ ਸਾਡਾ ਆ ਨਹੀਂ ਆ ਇੱਦਾਂ ਨਹੀਂ ਉੱਦਾਂ। ਮੈਂ ਸਮਝਦਾ ਕਿ ਜੇ ਮਸਲਾ ਗੌਰਮੈਂਟ ਦੇ ਨਾਲ ਹੈ ਤੇ ਉਦਯੋਗਿਕ ਘਰਾਣੇ ਜਿਹੜੇ ਆ ਵਿੱਚ ਉਹ ਵੀ ਸਫਾਈ ਪੇਸ਼ ਕਰ ਰਹੇ ਆ, ਤੇ ਇਹਦਾ ਮਤਲਬ ਕਿਤੇ ਨਾ ਕਿਤੇ ਕੇਂਦਰ ਸਰਕਾਰ ਜਿਹੜੀ ਹੈ ਉਹ ਉਦਯੋਗਿਕ ਘਰਾਣਿਆਂ ਦੇ ਦਬਾਅ ਦੇ ਵਿੱਚ ਹੈ। ਸਿਟੀਜ਼ਨ ਅਮੈਂਡਮੈਂਟ ਐਕਟ ਦੇ ਬਾਰੇ ਜਾਂ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ਼ਿਪ ਜਾਂ ਫਿਰ NPR ਨੈਸ਼ਨਲ ਜਿਹੜਾ ਪਾਪੂਲੇਸ਼ਨ ਰਜਿਸਟਰ ਜਿਹੜਾ ਵਾ ਉਸ ਦੇ ਬਾਰੇ ਜਦੋਂ ਪ੍ਰੋਟੈਸਟ ਚੱਲੀ ਸੀਗੇ 2019 ਦੇ ਵਿੱਚ, ਤਾਂ ਜਦੋਂ ਪ੍ਰੋਟੈਸਟ ਚੱਲੇ ਤਾਂ ਉਸ ਤੋਂ ਬਾਅਦ ਕੀ ਲੋਕਾਂ ਦੇ ਉੱਤੇ NIA ਦੇ ਵੱਲੋਂ ਨੋਟਿਸ ਭੇਜੇ ਗਏ ਸੀਗੇ, ਉਸ ਵੇਲੇ ਬੁਲਾਇਆ ਗਿਆ ਸੀ ਲੋਕਾਂ ਨੂੰ ਪੁੱਛਗਿੱਛ ਦੇ ਲਈ। ਕਿ ਇਸ ਅੰਦੋਲਨ ਦਾ ਖਾਲਿਸਤਾਨ ਦੇ ਨਾਲ, ਦਹਿਸ਼ਤਗਰਦਾਂ ਦੇ ਨਾਲ, ਕਿਸੇ ਵੀ ਬਾਹਰ ਦੀ ਏਜੰਸੀ ਨਾਲ ਕੋਈ ਸੰਬੰਧ ਨਹੀਂ। ਤੁਸੀਂ ਅਗਰ ਉੱਥੇ ਜਾਓਗੇ ਤੁਹਾਨੂੰ ਮਿੱਟੀ ਦੇ ਲੋਕ ਮਿੱਟੀ ਦੇ ਵਿੱਚ ਬੈਠੇ ਹੋਏ ਮਿਲਣਗੇ। ਐਮਰਜੈਂਸੀ ਸੈਸ਼ਨ ਬੁਲਾ ਲਿਆ ਗਿਆ, ਕੋਵਿਡ ਜਦੋਂ ਚੱਲਦਾ ਸੀਗਾ, ਇੰਪਲੀਮੈਂਟ ਕਰਨ ਦੇ ਲਈ ਜਿਹੜੇ ਆ ਤਿਆਰੀਆਂ ਬਣਾ ਲਈਆਂ ਗਈਆਂ ਇਹਨਾਂ ਕਾਨੂੰਨਾਂ ਦੇ ਲਈ, ਪਾਸ ਕਰ ਲਿਆ ਗਿਆ, ਬਿੱਲ ਪਾਸ ਕਰਨ ਤੋਂ ਬਾਅਦ ਐਕਟ ਬਣ ਗਏ। ਲੇਕਿਨ ਕਹਿੰਦੇ ਜੇ ਅਗਰ ਇਹਨਾਂ ਦੇ ਵਿੱਚ ਮੰਨ ਲਓ ਇਹਨਾਂ ਨੂੰ ਅਪੀਲ ਕਰਨਾ ਹੈ ਤਾਂ ਉਦੋਂ ਸੈਸ਼ਨ ਕਿਉਂ ਨਹੀਂ ਬੁਲਾਇਆ ਜਾ ਰਿਹਾ। ਮੇਨ ਮੁੱਦਾ ਕਿ ਜਿਹੜੇ ਜਥੇਬੰਦੀਆਂ ਨੇ ਜਾਂ ਪਾਰਟੀਆਂ ਨੇ ਉਹ ਇਹ ਕਹਿ ਰਹੀਆਂ ਨੇ, ਤੁਹਾਨੂੰ ਕੀ ਲੱਗਦਾ ਕਿ ਕਿਉਂ ਨਹੀਂ ਬੁਲਾਇਆ ਜਾ ਰਿਹਾ? ਉਹ ਮੈਂ ਮੰਨਦਾ ਕਿ ਕਿਸਾਨਾਂ ਦਾ ਇੱਕ ਸਟੈਂਡ ਹੈ ਕਿ ਕਾਨੂੰਨ ਹੀ ਵਾਪਸ ਲੈਣਾ, ਅਸੀਂ ਸੰਸ਼ੋਧਨ ਨੂੰ ਨਹੀਂ ਮੰਨਦੇ। ਉਹਨਾਂ ਦਾ ਸਟੈਂਡ ਆਪਣੀ ਜਗ੍ਹਾ ਸੀ, ਠੀਕ ਹੈ, ਵਧਾਈ ਦਾ ਪਾਤਰ ਹੈ। ਲੇਕਿਨ ਦੂਜੇ ਪਾਸੇ ਸਰਕਾਰ ਕੀ ਕਰ ਰਹੀ ਹੈ? ਸਰਕਾਰ ਨੇ ਕੀ ਇੱਕ ਅੱਧਾ ਕਦਮ ਅੱਗੇ ਪੁੱਟਿਆ ਕਿ ਨਹੀਂ ਪੁੱਟਿਆ? ਹਜੇ ਤੱਕ ਸਿਰਫ ਗੱਲਬਾਤ ਹੀ ਹੋ ਰਹੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਹਾਂ ਗੁਰਦੀਪ ਸਿੰਘ ਲੰਮੇ। ਕਿਸਾਨ ਅੰਦੋਲਨ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਬਹੁਤ ਸਾਰੇ ਲੋਕ ਜਾ ਰਹੇ ਨੇ ਦਿੱਲੀ ਨੂੰ ਔਰ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਿਲ ਵੀ ਹੋ ਰਹੇ ਨੇ। ਲੇਕਿਨ ਜੋ ਕਿਸਾਨ ਅੰਦੋਲਨ ਦੇ ਵਿੱਚ ਲੋਕ ਗਏ ਨੇ ਤਾਂ ਪਿਛਲੇ ਦਿਨ ਹੀ ਦੇਖਣ ਨੂੰ ਮਿਲਿਆ ਸੀ ਕਿ ਕਈ ਲੋਕਾਂ ਨੂੰ ਜਿਹੜਾ NIA ਦੇ ਵੱਲੋਂ ਯਾਨੀ ਕਿ ਨੈਸ਼ਨਲ ਇੰਟੈਲੀਜੈਂਸ ਏਜੰਸੀ ਦੇ ਵੱਲੋਂ ਨੋਟਿਸ ਭੇਜੇ ਗਏ ਸੀਗੇ ਔਰ ਪੇਸ਼ ਹੋਣ ਦੇ ਲਈ ਕਿਹਾ ਗਿਆ ਸੀ, ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਇਹ ਮਨ ਦੇ ਵਿੱਚ ਜ਼ਰੂਰ ਪ੍ਰਸ਼ਨ ਉੱਠ ਰਹੇ ਨੇ, ਕੁਐਸਚਨ ਉੱਠ ਰਹੇ ਨੇ ਕਿ NIA ਦੇ ਵੱਲੋਂ ਨੋਟਿਸ ਕਿਉਂ ਭੇਜੇ ਜਾ ਰਹੇ ਨੇ ਔਰ ਇਸ ਕਿਸਾਨ ਅੰਦੋਲਨ ਦਾ ਅੱਗੇ ਕੀ ਹੋਣ ਵਾਲਾ ਆ। ਸੋ ਸਾਡੇ ਨਾਲ ਇਸ ਵੇਲੇ ਨਾਇਬ ਸ਼ਾਹੀ ਇਮਾਮ ਉਸਮਾਨ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਉਸਮਾਨ ਸਾਹਿਬ, ਤੁਸੀਂ ਸੁਣਿਆ ਹੋਊਗਾ NIA ਦੇ ਵੱਲੋਂ ਬਾਰ-ਬਾਰ ਨੋਟਿਸ ਭੇਜੇ ਜਾ ਰਹੇ ਨੇ, ਤਕਰੀਬਨ 150 ਲੋਕਾਂ ਨੂੰ ਪੰਜਾਬ ਦੇ ਵਿੱਚ ਨੋਟਿਸ ਪਹੁੰਚ ਚੁੱਕੇ ਨੇ। ਤੁਹਾਨੂੰ ਕੀ ਲੱਗਦਾ ਕਿ ਅੰਦੋਲਨ ਦੇ ਚੱਲਦੇ ਅਜਿਹਾ ਕੀ ਵਾਪਰ ਗਿਆ ਜੋ ਨੋਟਿਸ ਭੇਜਣੇ ਜਿਹੜੇ ਆ ਸ਼ੁਰੂ ਹੋ ਚੁੱਕੇ ਨੇ? ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਇਹ ਜਿਹੜੇ NIA ਵੱਲੋਂ ਨੋਟਿਸ ਭੇਜੇ ਗਏ, ਮੈਂ ਇਹਦੇ ਬਾਰੇ ਡਾਕਟਰ ਸੁਖਪ੍ਰੀਤ ਸਿੰਘ ਉਦੇਕੇ ਹੋਰਾਂ ਦੀ ਫੇਸਬੁੱਕ ਦੇ ਉੱਤੇ ਇੱਕ ਡਿਟੇਲ ਜਿਹੜੀ ਹੈ ਮੈਂ ਪੜ੍ਹੀ ਹੈ, ਤੇ ਡਾਕਟਰ ਸਾਹਿਬ ਨੇ ਵੀ ਉਹਦੇ ਵਿੱਚ ਲਿਖਿਆ ਹੈ ਕਿ ਇਹ ਕੋਈ ਐਡੀ ਵੱਡੀ ਪ੍ਰਕਿਰਿਆ ਨਹੀਂ ਹੈ ਕਿ ਜਿਹਨੂੰ ਬਹੁਤ ਵੱਡਾ ਮੁੱਦਾ ਜਿਹੜਾ ਕਿਸਾਨ ਅੰਦੋਲਨ ਦੇ ਵਿੱਚ ਬਣਾਇਆ ਜਾਏ। ਇੱਕ ਰੂਟੀਨ ਦੀ ਪ੍ਰਕਿਰਿਆ ਹੈ ਤੇ ਮੈਂ ਸਮਝਦਾ ਹਾਂ ਕਿ ਅਸਲ ਜਿਹੜੀ ਤਵੱਜੋ ਹੈ ਲੋਕਾਂ ਨੂੰ ਆਪਣੇ ਅੰਦੋਲਨ ਦੇ ਵੱਲ ਜਿਹੜੀ ਹੈ ਰੱਖਣੀ ਚਾਹੀਦੀ ਹੈ। ਕਿਸਾਨ ਅੰਦੋਲਨ ਕਹਿੰਦੇ ਨੇ, ਕਿਸਾਨ ਅੰਦੋਲਨ ਦੇ ਵਿੱਚ ਜੋ ਜਥੇਬੰਦੀਆਂ ਪਹੁੰਚੀਆਂ ਨੇ ਆਪਣਾ ਸਟੈਂਡ ਆ ਉਹਨਾਂ ਦਾ ਕਿ ਹਾਂਜੀ ਅਸੀਂ ਆਪਾਂ ਜਿੰਨਾ ਚਿਰ ਕਾਲੇ ਕਾਨੂੰਨ ਨੇ ਜਿਹੜੇ ਕਹੇ ਜਾਂਦੇ ਨੇ, ਇਹਨਾਂ ਨੂੰ ਕਾਲਾ ਕਾਨੂੰਨ ਕਿਹਾ ਜਾਂਦਾ ਵਾ ਇਹਨਾਂ ਜਥੇਬੰਦੀਆਂ ਦੇ ਵੱਲੋਂ, ਕਿਸਾਨਾਂ ਦੇ ਵੱਲੋਂ, ਵੀ ਉਹ ਅਗਰ ਵਾਪਸ ਨਹੀਂ ਹੁੰਦੇ ਤਾਂ ਅਸੀਂ ਵਾਪਸ ਨਹੀਂ ਜਾਵਾਂਗੇ, ਦਿੱਲੀੋਂ ਰਵਾਨਾ ਨਹੀਂ ਹੋਵਾਂਗੇ ਪੰਜਾਬ ਦੇ ਲਈ। ਲੇਕਿਨ ਦੂਜੇ ਪਾਸੇ ਸਰਕਾਰ ਅੜੀ ਹੋਈ ਹੈ। ਤੁਹਾਨੂੰ ਕੀ ਲੱਗਦਾ ਕਿ ਅਜਿਹੀ ਕੀ ਵਜ੍ਹਾ ਜਿਸ ਦੇ ਕਰਕੇ ਸਰਕਾਰ ਹਲੇ ਤੱਕ ਜਿਹੜੀ ਕਿਸਾਨਾਂ ਦੀ ਗੱਲ ਇਹ ਮੰਨਣ ਦੇ ਵਿੱਚ ਨਹੀਂ ਆ ਰਹੀ? ਦੇਖੋ, ਅਸੀਂ ਪਹਿਲਾਂ ਵੀ ਇਹ ਗੱਲ ਦੁਹਰਾ ਚੁੱਕੇ, ਹੁਣ ਵੀ ਦੇਖਣ ਨੂੰ ਇਹ ਮਹਿਸੂਸ ਹੋ ਰਿਹਾ ਕਿ ਗੌਰਮੈਂਟ ਦੇ ਜਿਹੜੇ ਕਈ ਆਫੀਸ਼ੀਅਲਸ ਨੇ, ਆਪਣੇ ਮੰਤਰੀ ਸਾਹਿਬਾਨ, ਉਹਨਾਂ ਦੀ ਗੱਲਬਾਤ ਦੇ ਵਿੱਚ ਤਾਂ ਕੁਝ ਲਚਕ ਹੈ, ਲੇਕਿਨ ਜਿਹੜੇ ਉਦਯੋਗਿਕ ਘਰਾਣੇ ਨੇ, ਪਿੱਛੇ ਜੇ ਅੰਡਾਨੀਆਂ ਵੱਲੋਂ ਵੀ ਇੱਕ ਇਸ਼ਤਿਹਾਰ ਆਇਆ ਅਖਬਾਰਾਂ 'ਚ ਜੀ ਸਾਡਾ ਆ ਨਹੀਂ ਆ ਇੱਦਾਂ ਨਹੀਂ ਉੱਦਾਂ, ਕੋਈ ਜੀਓ ਵੱਲੋਂ ਵੀ ਸਫਾਈ ਪੇਸ਼ ਕੀਤੀ ਗਈ। ਤੇ ਮੈਂ ਸਮਝਦਾ ਕਿ ਜੇ ਮਸਲਾ ਗੌਰਮੈਂਟ ਦੇ ਨਾਲ ਹੈ ਤੇ ਉਦਯੋਗਿਕ ਘਰਾਣੇ ਜਿਹੜੇ ਆ ਵਿੱਚ ਉਹ ਵੀ ਸਫਾਈ ਪੇਸ਼ ਕਰ ਰਹੇ ਆ, ਤੇ ਇਹਦਾ ਮਤਲਬ ਕਿਤੇ ਨਾ ਕਿਤੇ ਕੇਂਦਰ ਸਰਕਾਰ ਜਿਹੜੀ ਹੈ ਉਹ ਉਦਯੋਗਿਕ ਘਰਾਣਿਆਂ ਦੇ ਦਬਾਅ ਦੇ ਵਿੱਚ ਹੈ। ਪਰ ਸਰਕਾਰ ਮੰਨਣ ਦੇ ਵਿੱਚ ਨਹੀਂ ਆਉਂਦੀ ਹੈਗੀ, ਮਨਾਉਣ ਦੇ ਵਿੱਚ ਲੱਗੇ ਹੋਏ ਨੇ ਜਥੇਬੰਦੀਆਂ ਵੀ ਹਾਂ ਤੁਸੀਂ ਮੰਨੋ ਇਸ ਗੱਲ ਨੂੰ, ਅਗਰ ਹੈ ਤਾਂ ਉਹ ਮੰਨਣ ਦੇ ਵਿੱਚ ਨਹੀਂ ਆਉਂਦੇ ਪਏ ਹੈਗੇ। ਤੁਹਾਨੂੰ ਕੀ ਲੱਗਦਾ ਕਿਉਂ ਨਹੀਂ, ਮਤਲਬ ਇਹ ਸਭ ਕੁਝ ਸਿੱਟਾ ਨਿਕਲ ਕੇ ਸਾਹਮਣੇ ਆ ਰਿਹਾ? ਇਹੀ ਤਾਂ ਸਰਕਾਰ ਕਹੀ ਜਾਂਦੀ, ਸਰਕਾਰ ਕਹਿੰਦੀ ਵੀ ਅਸੀਂ ਕਿਸਾਨਾਂ ਨੂੰ ਮਨਾ ਰਹੇ, ਇਹ ਨਹੀਂ ਮੰਨਦੇ ਪਏ, ਤੇ ਕਿਸਾਨ ਕਹਿੰਦੇ ਵੀ ਸਰਕਾਰ ਨੂੰ ਅਸੀਂ ਮਨਾਉਂਦੇ ਪਏ, ਸਰਕਾਰ ਨਹੀਂ ਮੰਨਦੀ ਪਈ ਹੈ। ਤੇ ਮੈਂ ਕਹਿਣਾ ਚਾਹੁੰਦਾ ਕੇਂਦਰ ਸਰਕਾਰ ਨੂੰ ਕਿ ਜਦ ਤੁਸੀਂ ਕਾਨੂੰਨ 'ਚ ਅੱਜ ਹੀ ਤੋਮਰ ਸਾਹਿਬ ਦਾ ਬਿਆਨ ਆਇਆ ਕਿ ਵੀ ਇੱਕ ਕਾਨੂੰਨ ਦੇ ਉੱਤੇ ਗੱਲ ਕਰੋ, ਇਕੱਲੇ ਦੇ ਉੱਤੇ, ਔਰ ਅਗਰ ਤੁਸੀਂ ਚਾਹੋਗੇ ਤਾਂ ਕਿਸੇ ਕਾਨੂੰਨ ਦੇ ਵਿੱਚ ਅਸੀਂ ਸੰਸ਼ੋਧਨ
ਕਰ ਸਕਦੇ ਹਾਂ। ਤੇ ਮੈਂ ਸਮਝਦਾ ਕਿ ਪਿਛਲੇ 45-46 ਦਿਨ ਤਾਂ ਹੋ ਗਏ ਐਜੀਟੇਸ਼ਨ ਚੱਲਦੇ ਹੋਏ ਨੂੰ, ਕੀ ਹਜੇ ਤੱਕ ਸਰਕਾਰ ਨੂੰ ਇਹ ਨਹੀਂ ਪਤਾ ਲੱਗਿਆ ਵੀ ਕਿਹੜੇ ਕਾਨੂੰਨਾਂ ਦੇ ਉੱਤੇ ਨਾਰਾਜ਼ਗੀ ਹੈ, ਕਿਹੜੇ ਕਾਨੂੰਨਾਂ ਦੇ ਉੱਤੇ ਨਾਰਾਜ਼ਗੀ ਨਹੀਂ ਹੈ। 45 ਦਿਨ ਤੋਂ ਬਾਅਦ ਵੀ ਅਗਰ ਕੇਂਦਰ ਦਾ ਮੰਤਰੀ ਇਹ ਕਹਿੰਦਾ ਕਿ ਹਜੇ ਵੀ ਇੱਕ ਕਾਨੂੰਨ ਦੇ ਉੱਤੇ ਗੱਲ ਹੋਣੀ ਚਾਹੀਦੀ, ਮੈਂ ਸੋਚਦਾ ਬੜਾ ਮਦਭਾਗਾ ਹੈ ਕਿ ਪੂਰਾ ਦੇਸ਼ ਜਿਹੜਾ ਉਹ ਤੁਹਾਨੂੰ ਕਹਿ ਰਿਹਾ ਕਿ ਕਾਨੂੰਨ ਬਦਲੋ, ਤੁਸੀਂ 45 ਦਿਨ ਬਾਅਦ ਕਹਿੰਦੇ ਹੋ ਕਿ ਇੱਕ ਵਾਰੀ ਫਿਰ ਚਰਚਾ ਹੋਵੇ। ਉਹੀ ਗੱਲ ਕਹਿੰਦੇ ਪਏ ਕਿਸਾਨ ਕਹਿੰਦੇ ਅਸੀਂ ਤਾਂ ਸੰਸ਼ੋਧਨ ਮੰਗਦੇ ਹੀ ਨਹੀਂ, ਅਮੈਂਡਮੈਂਟ ਨਹੀਂ ਮੰਗਦੇ, ਅਸੀਂ ਵਾਪਸ ਮੰਗਦੇ ਪਏ ਹਾਂ। ਲੇਕਿਨ ਘੁਮਾ ਫਿਰਾ ਕੇ ਗੱਲ, ਜਾਂ ਫਿਰ ਕੋਈ ਮੀਡੀਆ ਅਦਾਰੇ ਅਜਿਹੇ ਨੇ ਜਿਹੜੇ ਘੁਮਾ ਫਿਰਾ ਕੇ ਗੱਲ ਕਹਿੰਦੇ ਜੀ ਅਮੈਂਡਮੈਂਟ ਕਰਨ ਲਈ ਤਿਆਰ ਹਾਂ, ਅਸੀਂ ਅਮੈਂਡਮੈਂਟ ਕਰਨ ਲਈ ਤਿਆਰ ਹਾਂ, ਕਿਸਾਨ ਅਮੈਂਡਮੈਂਟ ਮੰਗਦੇ ਨਹੀਂ ਪਏ। ਦੇਖੋ, ਮੈਂ ਜ਼ਾਤੀ ਤੌਰ ਤੇ ਇੱਕ ਗੱਲ ਕਹਿਣਾ ਚਾਹੁੰਦਾ, ਮੈਂ ਇਹ ਨਹੀਂ ਕਿ ਕਿਸਾਨਾਂ ਵੱਲੋਂ ਕਹਿ ਰਿਹਾ। ਅਮੈਂਡਮੈਂਟ ਅਗਰ ਗਵਰਨਮੈਂਟ ਦੀ ਨੀਅਤ ਠੀਕ ਹੁੰਦੀ ਤੇ ਉਹ ਪਹਿਲੀ ਮੀਟਿੰਗ ਤੋਂ ਬਾਅਦ ਪਾਰਲੀਮੈਂਟ ਦਾ ਇਜਲਾਸ ਬੁਲਾ ਕੇ ਅਮੈਂਡਮੈਂਟਾਂ ਐਸੀਆਂ ਕਰ ਦਿੰਦੀ ਆ ਕਿ ਕਿਸਾਨਾਂ ਨੂੰ ਤਸੱਲੀ ਹੋ ਜਾਂਦੀ। ਉਹਨਾਂ ਨੇ ਉਹ ਵੀ ਨਹੀਂ ਕੀਤਾ, ਉਹ ਵੀ ਹਜੇ ਤੱਕ ਜ਼ੁਬਾਨੀ ਇੱਕ ਮੋਮ ਦਾ ਗੁੱਡਾ ਜਿਹਨੂੰ ਆਪਾਂ ਕਹਿ ਰਹੇ ਹਾਂ ਉਹ ਦੇ ਰਹੇ ਨੇ। ਕੀ ਸਮਝੋ, ਅਗਰ ਗਵਰਨਮੈਂਟ ਦੀ ਅਮੈਂਡਮੈਂਟ ਦੇ ਉੱਤੇ ਵੀ ਰਾਜ਼ੀ ਸੀਗੀ ਤੇ ਉਹਨੂੰ ਚਾਹੀਦਾ ਸੀ ਕਿ ਅਧਿਵੇਸ਼ਨ ਬੁਲਾਉਂਦੇ ਪਾਰਲੀਮੈਂਟ ਦਾ, ਚਾਹੇ ਜੁਆਇੰਟ ਪਾਰਲੀਮੈਂਟ ਦਾ ਬੁਲਾਉਂਦੇ, ਔਰ ਉਹਦੀ ਕਹਿੰਦੇ ਕਿ ਆਹ ਕਾਨੂੰਨਾਂ ਦੀ ਵਜ੍ਹਾ ਨਾਲ ਲੱਖਾਂ ਕਿਸਾਨ ਜਿਹੜੇ ਆ ਸੜਕਾਂ ਦੇ ਉੱਤੇ ਬੈਠੇ ਆ ਤੇ ਅਸੀਂ ਵਾਅਦਾ ਕਰ ਰਹੇ ਹਾਂ, ਲਿਖਤ ਰੂਪ ਦੇ ਵਿੱਚ ਦੇ ਰਹੇ ਹਾਂ ਕਿ ਅੱਜ ਤੋਂ ਬਾਅਦ ਆਹ ਕੰਮ ਨਹੀਂ ਹੋਊਗਾ ਔਰ ਆਹ ਕੰਮਾਂ ਦੇ ਉੱਤੇ ਅਸੀਂ ਰਜ਼ਾਮੰਦੀ ਕਰਦੇ ਹਾਂ। ਸਰਕਾਰ ਨੇ ਤਾਂ ਉਹ ਵੀ ਨਹੀਂ ਕੀਤਾ ਅਜੇ ਤੱਕ। ਤੇ ਇਸ ਲਈ ਮੈਂ ਸਮਝਦਾ ਸਰਕਾਰ ਨੂੰ ਚਾਹੀਦਾ ਕਿ ਉਹ ਕਿਸੇ ਵੀ ਇੰਡਸਟਰੀਲਿਸਟ ਦਾ ਦਬਾਅ ਨਾ ਮੰਨਣ ਔਰ ਕਿਸੇ ਵੀ ਬੜੇ ਦਾ ਦਬਾਅ ਨਾ ਮੰਨਦੇ ਹੋਏ ਮੈਂ ਸਿੱਧੀ ਪ੍ਰਧਾਨ ਮੰਤਰੀ ਸਾਹਿਬ ਨੂੰ ਅਪੀਲ ਕਰਨਾ ਚਾਹੁੰਦਾ ਕਿ ਉਹਨਾਂ ਨੂੰ ਚਾਹੀਦਾ ਕਿ ਇਸ ਮੁੱਦੇ ਨੂੰ, ਇਸ ਮਸਲੇ ਨੂੰ ਬਜ਼ਾਤੇ ਖੁਦ ਆਪ ਅੱਗੇ ਵੱਧ ਕੇ ਜਿਹੜਾ ਹੈ ਹੱਲ ਕਰਨ। ਜੇ ਗੱਲ ਕਰੀ ਜਾਵੇ ਜਥੇਬੰਦੀਆਂ ਦੀ ਜਾਂ ਗੱਲ ਕਰੀ ਜਾਵੇ ਕਿਸੇ ਪਾਰਟੀਆਂ ਦੀ, ਪੰਜਾਬ ਦੇ ਵਿੱਚ ਆਪਣੀਆਂ ਪਾਰਟੀਆਂ ਬਹੁਤ ਸਾਰੀਆਂ ਨੇ, ਸੋ ਸਾਰਿਆਂ ਨੇ ਇਹੀ ਗੱਲ ਕਿਹਾ ਕਿ ਨਹੀਂ, ਸੈਸ਼ਨ ਬੁਲਾ ਲਿਆ ਗਿਆ, ਐਮਰਜੈਂਸੀ ਸੈਸ਼ਨ ਬੁਲਾ ਲਿਆ ਗਿਆ। ਕੋਵਿਡ ਜਦੋਂ ਚੱਲਦਾ ਸੀਗਾ, ਇੰਪਲੀਮੈਂਟ ਕਰਨ ਦੇ ਲਈ ਜਿਹੜੇ ਆ ਤਿਆਰੀਆਂ ਬਣਾ ਲਈਆਂ ਗਈਆਂ ਇਹਨਾਂ ਕਾਨੂੰਨਾਂ ਦੇ ਲਈ, ਪਾਸ ਕਰ ਲਿਆ ਗਿਆ, ਬਿੱਲ ਪਾਸ ਕਰਨ ਤੋਂ ਬਾਅਦ ਐਕਟ ਬਣ ਗਏ। ਲੇਕਿਨ ਕਹਿੰਦੇ ਜੇ ਅਗਰ ਇਹਨਾਂ ਦੇ ਵਿੱਚ ਮੰਨ ਲਓ ਇਹਨਾਂ ਨੂੰ ਅਪੀਲ ਕਰਨਾ ਹੈ ਤਾਂ ਉਦੋਂ ਸੈਸ਼ਨ ਕਿਉਂ ਨਹੀਂ ਬੁਲਾਇਆ ਜਾ ਰਿਹਾ? ਮੇਨ ਮੁੱਦਾ ਕਿ ਜਿਹੜੇ ਜਥੇਬੰਦੀਆਂ ਨੇ ਜਾਂ ਪਾਰਟੀਆਂ ਨੇ ਉਹ ਇਹ ਕਹਿ ਰਹੀਆਂ ਨੇ, ਤੁਹਾਨੂੰ ਕੀ ਲੱਗਦਾ ਕਿ ਕਿਉਂ ਨਹੀਂ ਬੁਲਾਇਆ ਜਾ ਰਿਹਾ? ਦੇਖੋ, ਸੈਸ਼ਨ ਜਿਹੜਾ ਪਾਰਲੀਮੈਂਟ ਦਾ ਮੈਂ ਸਮਝਦਾ ਕਿ ਹੁਣ ਤੱਕ ਬੁਲਾ ਲੈਣਾ ਚਾਹੀਦਾ ਸੀਗਾ। ਇਹ ਜਿੰਨੀ ਵਾਰੀ ਕਿਸਾਨ ਜਥੇਬੰਦੀਆਂ ਨਾਲ ਗੱਲ ਕਰ ਚੁੱਕੀ ਹੈ ਸਰਕਾਰ, ਮੈਂ ਸਮਝਦਾ ਪਹਿਲੀ ਗੱਲਬਾਤ ਤੋਂ ਬਾਅਦ ਹੀ ਅਗਰ ਪਾਰਲੀਮੈਂਟ ਦਾ ਇਜਲਾਸ ਬੁਲਾ ਕੇ ਸੰਸ਼ੋਧਨ ਹੋ ਜਾਂਦਾ ਤੇ ਇਸ ਵੇਲੇ ਤੱਕ ਮਸਲਾ ਜਿਹੜਾ ਹੈ ਉਹ ਹੱਲ ਹੋ ਜਾਣਾ ਚਾਹੀਦਾ ਸੀਗਾ। ਉਹ ਮੈਂ ਮੰਨਦਾ ਕਿ ਕਿਸਾਨਾਂ ਦਾ ਇੱਕ ਸਟੈਂਡ ਹੈ ਕਿ ਕਾਨੂੰਨ ਹੀ ਵਾਪਸ ਲੈਣਾ, ਅਸੀਂ ਸੰਸ਼ੋਧਨ ਨੂੰ ਨਹੀਂ ਮੰਨਦੇ। ਉਹਨਾਂ ਦਾ ਸਟੈਂਡ ਆਪਣੀ ਜਗ੍ਹਾ ਸੀ, ਠੀਕ ਹੈ, ਵਧਾਈ ਦਾ ਪਾਤਰ ਹੈ। ਲੇਕਿਨ ਦੂਜੇ ਪਾਸੇ ਸਰਕਾਰ ਕੀ ਕਰ ਰਹੀ ਹੈ? ਸਰਕਾਰ ਨੇ ਕੀ ਇੱਕ ਅੱਧਾ ਕਦਮ ਅੱਗੇ ਪੁੱਟਿਆ ਕਿ ਨਹੀਂ ਪੁੱਟਿਆ? ਹਜੇ ਤੱਕ ਸਿਰਫ ਗੱਲਬਾਤ ਹੀ ਹੋ ਰਹੀ ਹੈ ਔਰ ਗੱਲਬਾਤ ਦੇ ਉੱਤੇ ਤਰੀਕ ਦੇ ਉੱਪਰ ਤਰੀਕ ਜਿਹੜੀ ਹੈ। ਪਹਿਲੀ ਵਾਰੀ ਇਹ ਹੋਇਆ ਕਿ ਅਦਾਲਤ ਤੋਂ ਬਾਹਰ ਵੀ ਇਸ ਦੇਸ਼ ਦੀ, ਤੁਹਾਨੂੰ ਹੋਰ ਦੱਸਾਂ, ਰਿਵਾਇਤ ਰਹੀ ਹੈ ਸਾਡੇ ਇਸ ਦੇਸ਼ ਦੀ, ਔਰ ਅੱਜ ਦੀ ਰਿਵਾਇਤ ਨਹੀਂ ਹੈ, ਹਜ਼ਾਰਾਂ ਸਾਲ ਦੀ ਪੁਰਾਣੀ ਭਾਰਤ ਦੀ ਰਿਵਾਇਤ ਹੈ ਕਿ ਅਸੀਂ ਅਦਾਲਤਾਂ ਤੋਂ ਬਾਹਰ ਪੰਚਾਇਤਾਂ 'ਚ ਬਹਿ ਕੇ ਵੱਡੇ ਵੱਡੇ ਫੈਸਲੇ ਕੀਤੇ ਹੈ। ਔਰ ਪੰਚਾਇਤਾਂ 'ਚ ਇੱਕੋ ਹੀ ਪੰਚਾਇਤ ਦੀ ਸੀਟਿੰਗ 'ਚ ਫੈਸਲਾ ਜਿਹੜਾ ਹੈ ਉਹ ਦੇਸ਼ ਦੇ ਵਿੱਚ ਹੁੰਦਾ ਰਿਹਾ। ਅੱਜ ਵੀ ਪਿੰਡਾਂ ਦੇ ਵਿੱਚ ਤੁਸੀਂ ਚੱਲ ਜਾਓ, ਜਿਹੜਾ ਮੁਕੱਦਮਾ ਅਦਾਲਤਾਂ 'ਚ 50 ਸਾਲ ਸੈਟਲਮੈਂਟ ਦੇ ਉੱਤੇ ਨਹੀਂ ਆਂਦਾ, ਸਾਰੇ ਪਿੰਡ ਦੇ ਵੱਡੇ ਬਹਿੰਦੇ ਪੰਚਾਇਤ ਹੈ ਤੇ ਅਸੀਂ ਉਸ ਮਸਲੇ ਨੂੰ ਹੱਲ ਕਰਕੇ ਉੱਥੋਂ ਉੱਠਦੇ ਹਾਂ। ਮੈਂ ਹੈਰਾਨੀ ਦੀ ਗੱਲ ਹੈ ਕਿ ਇਹ ਪਹਿਲੀ ਪੰਚਾਇਤ ਹੈ ਜਿਹੜੀ ਡੇਟ ਦੇ ਉੱਤੇ ਡੇਟ ਪਾ ਰਹੀ। ਇਹਨਾਂ ਨੇ ਤਾਂ ਅਦਾਲਤਾਂ ਨੂੰ ਵੀ ਪਿੱਛੇ ਛੱਡਤਾ ਹੈ। ਉਸਮਾਨ ਜੀ, ਗੱਲ ਕੀਤੀ ਜਾਵੇ ਸਿਟੀਜ਼ਨ ਅਮੈਂਡਮੈਂਟ ਐਕਟ ਦੇ ਬਾਰੇ ਜਾਂ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ਼ਿਪ ਜਾਂ ਫਿਰ NPR, ਨੈਸ਼ਨਲ ਜਿਹੜਾ ਪਾਪੂਲੇਸ਼ਨ ਰਜਿਸਟਰ ਜਿਹੜਾ ਵਾ, ਉਸ ਦੇ ਬਾਰੇ ਜਦੋਂ ਪ੍ਰੋਟੈਸਟ ਚੱਲੀ ਸੀਗੇ 2019 ਦੇ ਵਿੱਚ, ਤਾਂ ਜਦੋਂ ਪ੍ਰੋਟੈਸਟ ਚੱਲੇ ਤਾਂ ਉਸ ਤੋਂ ਬਾਅਦ ਕੀ ਲੋਕਾਂ ਦੇ ਉੱਤੇ NIA ਦੇ ਵੱਲੋਂ ਨੋਟਿਸ ਭੇਜੇ ਗਏ ਸੀਗੇ, ਉਸ ਵੇਲੇ ਬੁਲਾਇਆ ਗਿਆ ਸੀ ਲੋਕਾਂ ਨੂੰ ਪੁੱਛ-ਗਿੱਛ ਦੇ ਲਈ? ਇੱਦਾਂ ਹੈ ਕਿ ਜਦੋਂ ਸ਼ਾਹੀਨ ਬਾਗ ਦਾ ਅੰਦੋਲਨ ਪੂਰੇ ਦੇਸ਼ ਦੇ ਵਿੱਚ ਚੱਲਿਆ ਤੇ ਉਹ 400 ਸ਼ਹਿਰਾਂ ਦੇ ਵਿੱਚ ਅੰਦੋਲਨ ਜਿਹੜਾ ਚੱਲਿਆ ਸੀ ਤੇ ਸਭ ਤੋਂ ਜ਼ਿਆਦਾ ਪਿਆਰ ਮੁਹੱਬਤ ਜੋਗੀ ਜੀ ਨੇ ਦਿਖਾਈ। ਮੇਰਾ ਅੰਦਾਜ਼ਾ ਹੈ ਕਿ ਯੂਪੀ 'ਚ ਸ਼ਾਇਦ ਹੀ ਕੋਈ ਐਸਾ ਜ਼ਿਲ੍ਹਾ ਹੋਵੇ ਜਿੱਥੇ ਮੁਕੱਦਮੇ ਨਾ ਦਰਜ ਕੀਤੇ ਗਏ ਹੁਣ ਝੂਠੇ। ਔਰ ਖਾਸ ਕਰ ਜਿਹੜਾ ਲਖਨਊ ਦਾ ਘੰਟਾਘਰ ਚੌਂਕ ਹੈ, ਉੱਥੇ ਰੋਜ਼ਾਨਾ ਐਜੀਟੇਸ਼ਨ ਲਈ ਔਰਤਾਂ ਜਦੋਂ ਜਾਂਦੀਆਂ ਸੀਗੀਆਂ, ਰੋਜ਼ਾਨਾ ਹੀ ਉਹਨਾਂ ਦਾ ਟੈਂਟ ਵਗੈਰਾ ਚੱਕ ਲਿੱਤਾ ਜਾਂਦਾ ਸੀ, ਰੋਜ਼ਾਨਾ ਹੀ ਉਹਨਾਂ 'ਤੇ ਪਰਚੇ ਦਰਜ ਕੀਤੇ ਜਾਂਦੇ ਸੀ। ਇਸੇ ਤਰ੍ਹਾਂ ਦਿੱਲੀ ਦੇ ਵਿੱਚ ਬੇਇੰਤਹਾ ਲੋਕਾਂ 'ਤੇ ਝੂਠੇ ਮੁਕੱਦਮੇ ਜਿਹੜੇ ਹੈ ਉਹ ਦਰਜ ਕੀਤੇ ਗਏ ਹੈ। ਤੇ ਇਹ ਤਾਂ ਇਹਨਾਂ ਦੀ ਨਹੀਂ, ਜਿਹੜੀ ਵੀ ਸਰਕਾਰ ਹੁੰਦੀ ਹੈ ਮੁੱਢ ਤੋਂ, ਸਰਕਾਰਾਂ ਜਿਹੜੀਆਂ ਹੈ ਉਹ ਹਮੇਸ਼ਾ ਜਦੋਂ ਜਨਤਕ ਆਵਾਜ਼ਾਂ ਹੁੰਦੀਆਂ ਤੇ ਉਹਦੇ ਵਿੱਚ ਕੁਛ ਨਾ ਕੁਛ ਜਿਹੜਾ ਹੈ ਸਰਕਾਰੀ ਤੌਰ 'ਤੇ ਇੱਦਾਂ ਦੇ ਟੀਚੇ ਜਿਹੜੇ ਰੱਖੇ ਜਾਂਦੇ ਕਿ ਠੀਕ ਹੈ ਕਿ ਫਲਾਣੇ ਬੰਦੇ ਨੂੰ ਬੁਲਾ ਕੇ ਪੁੱਛਗਿੱਛ ਕਰਾਂਗੇ ਤੇ ਠੀਕ ਹੈ। ਇਹ ਇੱਕ ਅਲੱਗ ਪ੍ਰਕਿਰਿਆ ਹੈ, ਇਹ ਇੱਕ ਸਮਾਜ ਦਾ ਇੱਕ ਹਿੱਸਾ ਹੈ। ਤੇ ਮੈਂ ਸਮਝਦਾ ਕਿ ਸ਼ਾਹੀਨ ਬਾਗ ਅੰਦੋਲਨ ਦੇ ਵਿੱਚ ਪਤਾ ਨਹੀਂ ਕਿੰਨੇ ਹਜ਼ਾਰ ਲੋਕਾਂ ਦੇ ਉੱਤੇ ਮੁਕੱਦਮੇ ਹੋਏ, ਉਹ ਅੱਜ ਵੀ ਕਚਹਿਰੀਆਂ 'ਚ ਜਾ ਰਹੇ ਨੇ, ਲੋਕ ਜ਼ਮਾਨਤਾਂ ਕਰਾ ਰਹੇ ਨੇ ਆਪਣੀਆਂ। ਤੇ ਇਹਨਾਂ ਨੂੰ ਚਾਹੀਦਾ ਹੈ ਕਿ ਕਿਸਾਨ ਅੰਦੋਲਨ ਜਿਹੜਾ ਹੈ
ਇਹਨਾਂ ਦੇ ਨਾਲ ਜਿਹੜੇ ਲੋਕ ਲੱਗੇ ਹੋਏ ਨੇ। ਪਹਿਲੀ ਗੱਲ ਤਾਂ ਇਹ ਕਿ ਕਿਸਾਨ ਅੰਦੋਲਨ ਜਿਹੜਾ ਨਿਰੋਲ ਜਿਹੜਾ ਹੈ ਉਹ ਸਾਡੀ ਮਿੱਟੀ ਦਾ ਅੰਦੋਲਨ ਹੈ। ਮੈਂ ਕਈ ਵਾਰ ਇਸ ਗੱਲ ਨੂੰ ਦੁਹਰਾ ਚੁੱਕਾ ਕਿ ਇਸ ਅੰਦੋਲਨ ਦਾ ਖਾਲਿਸਤਾਨ ਦੇ ਨਾਲ, ਦਹਿਸ਼ਤਗਰਦਾਂ ਦੇ ਨਾਲ, ਕਿਸੇ ਵੀ ਬਾਹਰ ਦੀ ਏਜੰਸੀ ਨਾਲ ਕੋਈ ਸੰਬੰਧ ਨਹੀਂ ਹੈ। ਤੁਸੀਂ ਅਗਰ ਉੱਥੇ ਜਾਓਗੇ ਤੁਹਾਨੂੰ ਮਿੱਟੀ ਦੇ ਲੋਕ ਮਿੱਟੀ ਦੇ ਵਿੱਚ ਬੈਠੇ ਹੋਏ ਮਿਲਣਗੇ, ਤੇ ਜਿਹੜੇ ਸਾਜ਼ਿਸ਼ੀ ਲੋਕ ਹੁੰਦੇ ਜਾਂ ਦੇਸ਼ ਵਿਰੋਧੀ ਤਾਕਤਾਂ ਹੁੰਦੀਆਂ ਉਹਨਾਂ ਦੀ ਰੰਗ, ਉਹਨਾਂ ਦਾ ਟੀਚਾ ਕੁਝ ਹੋਰ ਹੁੰਦਾ ਹੈ। ਇਹ ਬੜੀ ਸਾਦਗੀ ਦੇ ਨਾਲ ਪੂਰਾ ਦੇਸ਼ ਜਿਹੜਾ ਉੱਥੇ ਤੁਸੀਂ ਚਲੇ ਜਾਓ, ਬਹੁ ਗਿਣਤੀ 'ਚ ਅਗਰ ਸਿੱਖ ਬੈਠੇ ਨੇ ਤੇ ਉਹਨਾਂ ਦੇ ਨਾਲ ਹਰਿਆਣੇ ਦੇ ਜਾਟ ਹਿੰਦੂ ਭਰਾ ਬੈਠੇ ਨੇ, ਮੇਊ ਮੁਸਲਮਾਨ ਬੜੀ ਗਿਣਤੀ ਦੇ ਵਿੱਚ ਬੈਠੇ ਨੇ, ਔਰ ਫਿਰ ਉਸ ਤੋਂ ਬਾਅਦ ਪੰਜਾਬੀ ਮੁਸਲਮਾਨ ਤੁਹਾਨੂੰ ਉਹਨਾਂ ਦੇ ਵਿੱਚ ਵੱਡੀ ਗਿਣਤੀ ਦੇ ਅੰਦਰ ਮਿਲਣਗੇ, ਔਰ ਤੁਹਾਨੂੰ ਆਪਣੇ ਹਿੰਦੂ ਸਮਾਜ ਦੇ ਅਲੱਗ-ਅਲੱਗ ਨੌਜਵਾਨ ਜਿਹੜੇ ਨੇ ਉਹ ਬੜੀ ਗਿਣਤੀ ਦੇ ਵਿੱਚ ਮਿਲਣਗੇ। ਤੇ ਜਿਹੜੇ ਅੱਤਵਾਦੀ ਹੁੰਦੇ ਨੇ ਉਹ ਸਰਬ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਕੋਈ ਲੰਗਰ ਨਹੀਂ ਲਾਉਂਦੇ ਹੁੰਦੇ, ਕੀ ਸਮਝੋ। ਤੇ ਇਸ ਲਈ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਦੂਜੇ ਪਾਸੇ ਜਾਣ ਦੀ ਬਜਾਏ, ਦਬਾਅ ਪਾਉਣ ਦੀ ਬਜਾਏ ਅਗਰ ਬੈਠ ਕੇ ਇਸ ਮਸਲੇ ਦਾ ਹੱਲ ਕੀਤਾ ਜਾਏ ਤੇ ਉਹ ਸਭ ਤੋਂ ਵਧੀਆ ਗੱਲ ਹੋਏਗੀ। ਜੋ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਲ ਹੋਏ ਲੋਕ ਨੇ ਜਾਂ ਕਿਸਾਨ ਨੇ ਜਾਂ ਕੋਈ ਵੀ ਲੋਕ ਨੇ ਉੱਥੇ ਪਹੁੰਚ ਰਹੇ ਨੇ, ਤਾਂ ਉਹਨਾਂ ਨੂੰ ਆਪਣੇ ਵੱਲੋਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਦੇਖੋ, ਮੈਂ ਸਮੂਹ ਅੰਦੋਲਨਕਾਰੀਆਂ ਨੂੰ, ਜਿਹੜੇ ਵੀ ਪੂਰੇ ਦੇਸ਼ 'ਚ ਕਿਸਾਨ ਅੰਦੋਲਨ ਦੇ ਨਾਲ ਲੋਕ ਲੱਗੇ ਹੋਏ ਨੇ, ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਭਾਰਤ ਜਿਹੜਾ ਵਿਸ਼ਵ ਦੀ ਸਭ ਤੋਂ ਵੱਡੀ ਲੋਕਤੰਤਰ ਸ਼ਕਤੀ ਹੈ, ਸਭ ਤੋਂ ਬੜੀ ਲੋਕਤੰਤਰ ਸ਼ਕਤੀ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪਾਂ ਲੋਕਤੰਤਰ ਦੀ ਹਿਫਾਜ਼ਤ ਕਰਨੀ ਹੈ, ਲੋਕਤੰਤਰ ਤਰੀਕੇ ਦੇ ਨਾਲ ਹੀ ਵਿਰੋਧ ਕਰਨਾ ਹੈ। ਕੋਈ ਐਸਾ ਕੰਮ ਨਹੀਂ ਕਰਨਾ ਜਿਹਦੀ ਵਜ੍ਹਾ ਨਾਲ ਕਿਸੇ ਦੀ ਜਾਨ ਮਾਲ ਦੀ ਇੱਜ਼ਤ ਦਾ ਨੁਕਸਾਨ ਹੋਏ। ਔਰ ਕੱਲ੍ਹ ਨੂੰ ਜਿਹੜੀ ਸਰਕਾਰ ਹੈ ਜਾਂ ਸਰਕਾਰ ਦੇ ਵਿੱਚ ਬੈਠੇ ਲੋਕ ਹੈ ਉਹਨਾਂ ਨੂੰ ਕਹਿਣ ਦਾ ਇਹ ਮੌਕਾ ਮਿਲੇ ਕਿ ਦੇਖੋ ਜੀ, ਅਸੀਂ ਪਹਿਲਾਂ ਹੀ ਕਹਿੰਦੇ ਸੀਗੇ ਜੀ ਇਹ ਤਾਂ ਆਪ ਇੱਥੇ ਦੰਗਾ ਕਰਨ ਲਈ ਹੀ ਆਏ ਸੀ। ਇਸ ਲਈ ਇਸ ਗੱਲ ਦਾ ਬਹੁਤ ਧਿਆਨ ਰੱਖਣਾ ਹੈ ਕਿ ਤੁਹਾਡੇ ਅੰਦਰ ਕੋਈ ਸ਼ਰਾਰਤੀ ਅਨਸਰ ਨਾ ਦਾਖਲ ਹੋਏ, ਕੋਈ ਸ਼ਰਾਰਤੀ ਅਨਸਰ ਆਪਣੇ ਆਪ ਨੂੰ ਕਿਸਾਨ ਬਣ ਕੇ ਨਾ ਦਾਖਲ ਹੋਏ, ਉਹ ਤੁਹਾਡੀ ਮੂਵਮੈਂਟ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੇ। ਔਰ ਤੁਸੀਂ ਵੀ, ਸਾਰੇ ਲੋਕ ਜਿੰਨੇ ਵੀ ਅਸੀਂ ਹਾਂ, ਬੜੀ ਹੀ ਨਿਮਰਤਾ ਦੇ ਨਾਲ ਲੋਕਤੰਤਰ ਦੇ ਤਰੀਕਿਆਂ ਦੇ ਮੁਤਾਬਕ ਜੋ ਸਾਡੀ ਅਸਲ ਰਿਵਾਇਤ ਰਹੀ ਹੈ, ਉਸ ਰਿਵਾਇਤ ਦੇ ਉੱਤੇ ਮੈਂ ਸਮਝਦਾ ਚੱਲਦੇ ਹੋਏ ਆਪਣਾ ਜਿਹੜਾ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਆਪਣਾ ਜਿਹੜਾ ਅੰਦੋਲਨ ਜਿਹੜਾ ਉਹ ਜਾਰੀ ਰੱਖਾਂਗੇ ਤੇ ਜ਼ਰੂਰ ਸਰਕਾਰ ਜਿਹੜੀ ਹੈ ਉਹਨੂੰ ਮੰਨੇਗੀ। ਬਹੁਤ ਧੰਨਵਾਦ ਜੀ। ਸੋ ਲੁਧਿਆਣਾ ਜਾਮ ਮਸਜਿਦ ਤੋਂ ਇਹ ਸਨ ਨਾਇਬ ਸ਼ਾਹੀ ਇਮਾਮ ਉਸਮਾਨ ਜੀ। ਸੋ ਵਧੇਰੀ ਅਪਡੇਟਸ ਜੁੜੇ ਰਹੋ ਟਾਈਮਸ ਦੇ ਨਾਲ। ਕੈਮਰਾਮੈਨ ਸਮਤ ਮਥਾੜੋ ਦੇ ਨਾਲ ਗੁਰਦੀਪ ਸਿੰਘ ਲੰਮੇ।